ਹਾਲੇਲੂਇਆ। ਸਾਰੇ ਹੀ ਮਸੀਹ ਭੈਣਾਂ ਤੇ ਭਰਾਵਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਪਿਆਰਿਓ, ਕੱਲ੍ਹ ਦਾ ਦਿਨ ਜੋ ਬੀਤਿਆ ਦਿਨ ਸੀ, ਜੋ ਗੁੱਡ ਫਰਾਈਡੇ, ਜਿਸ ਨੂੰ ਅਸੀਂ ਚੰਗਾ ਸ਼ੁੱਕਰਵਾਰ ਕਹਿੰਦੇ ਹਾਂ, ਜੋ ਪ੍ਰਭੂ ਯਿਸੂ ਮਸੀਹ ਦੀ ਸ਼ਹਾਦਤ ਦਾ, ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਬਲੀਦਾਨ ਦੇਣ ਦਾ ਦਿਨ ਸੀ। ਜਦ ਪ੍ਰਭੂ ਯਿਸੂ ਮਸੀਹ ਤੁਹਾਡੇ ਅਤੇ ਮੇਰੇ ਗੁਨਾਹ, ਮੇਰੇ ਪਾਪ ਦੇ ਲਈ, ਇਸ ਸੰਸਾਰ ਦੇ ਪਾਪ ਲਈ, ਪੂਰੇ ਵਰਲਡ, ਪੂਰੀ ਦੁਨੀਆ ਦੇ ਗੁਨਾਹਾਂ ਨੂੰ ਲੈ ਕੇ ਸਲੀਬ 'ਤੇ ਗਿਆ ਔਰ ਸਾਡੇ ਗੁਨਾਹ ਪ੍ਰਭੂ ਨੇ ਆਪਣੇ ਉੱਤੇ ਲੈ ਕੇ ਆਪਣੀ ਜਾਨ ਜਿਹੜੀ ਹੈ, ਖੁਸ਼ੀ ਦੇ ਨਾਲ, ਜਿੱਦਾਂ ਕੋਈ ਭੇਟ ਚੜਾਉਂਦਾ ਹੈ ਅਫਸੀਆਂ 5:1 ਦੇ ਮੁਤਾਬਕ, ਇੱਦਾਂ ਆਪਣੀ ਜਾਨ ਪ੍ਰਭੂ ਨੇ ਸਾਡੇ ਲਈ ਕੁਰਬਾਨ ਕੀਤੀ ਹੈ। ਸੋ ਮੇਰੇ ਪਿਆਰਿਓ, ਪ੍ਰਭੂ ਯਿਸੂ ਮਸੀਹ ਦੇ ਸਲੀਬ ਉੱਤੇ ਜਾਣ ਤੋਂ ਬਾਅਦ, ਕੁਰਬਾਨੀ ਤੋਂ ਬਾਅਦ, ਇਹ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ, ਜ਼ਿਹਨ ਦੇ ਵਿੱਚ ਇਹ ਸਵਾਲ ਚੱਲਦਾ ਹੈ ਕਿ ਉਹ 3 ਦਿਨ ਜਦ ਪ੍ਰਭੂ ਯਿਸੂ ਜਦ ਤੱਕ ਜੀ ਨਹੀਂ ਉੱਠੇ, ਪ੍ਰਭੂ ਯਿਸੂ ਕਿੱਥੇ ਰਹੇ। ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਬੋਡੀ ਸੀ ਉਹ ਕਬਰ ਦੇ ਵਿੱਚ ਹੈ ਨਹੀਂ ਸੀ। ਪ੍ਰਭੂ ਯਿਸੂ ਦੀ ਦੇਹ, ਪ੍ਰਾਣ, ਆਤਮਾ ਉਸ ਸਮੇਂ ਤੱਕ ਕਿੱਥੇ ਰਿਹਾ ਜਦੋਂ ਤੱਕ ਪ੍ਰਭੂ ਯਿਸੂ ਜੀ ਨਹੀਂ ਉੱਠੇ। ਸੋ ਮੈਂ ਇਸੇ ਗੱਲ ਦੇ ਉੱਤੇ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਦਾ ਹਾਂ, ਤਾਂ ਜੋ ਇਹ ਸਵਾਲ ਤੁਹਾਡੇ ਜੀਵਨ 'ਚ ਇੱਕ ਸਵਾਲ ਨਾ ਰਹੇ ਔਰ ਤੁਸੀਂ ਇਸ ਨੂੰ ਸਮਝ ਸਕੋ ਔਰ ਆਪਣੇ ਉਧਾਰਕਰਤਾ ਪ੍ਰਭੂ ਯਿਸੂ ਮਸੀਹ ਦੇ ਅਦਭੁਤ ਪ੍ਰੇਮ ਨੂੰ ਔਰ ਉਹਦੀ ਅਦਭੁਤ ਸਾਮਰਥ ਨੂੰ ਜਾਣ ਸਕੋ। ਮੇਰੇ ਪਿਆਰਿਓ, ਜਦ ਤੁਹਾਡਾ ਤੇ ਮੇਰਾ ਪ੍ਰਭੂ ਸਲੀਬ ਦੇ ਉੱਤੇ ਆਪਣੇ ਪ੍ਰਾਣ, ਆਪਣੀ ਜਾਨ ਦਿੰਦਾ ਹੈ, ਤਾਂ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ ਉੱਤੇ ਕੁਰਬਾਨ ਹੋਣ ਦੇ ਨਾਲ ਕੇਵਲ ਮਨੁੱਖ ਜਾਤੀ ਨੂੰ ਨਿਜਾਤ ਹੀ ਨਹੀਂ ਮਿਲਦੀ, ਇਸ ਤੋਂ ਇਲਾਵਾ ਵੀ 3 ਕੰਮ ਹੋਰ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਜਦ ਸਲੀਬ 'ਤੇ ਆਪਣੀ ਜਾਨ ਦਿੱਤੀ, ਉਸ ਸਮੇਂ ਇਹ 3 ਕੰਮ ਜੋ ਸਦੀਆਂ ਤੋਂ, ਜਦ ਤੱਕ ਯਿਸੂ ਪ੍ਰਭੂ ਨੇ ਆਪਣੀ ਜਾਨ ਨਹੀਂ ਦਿੱਤੀ ਸੀ, ਪੈਂਡਡ ਹੀ ਪਏ ਸੀ। ਇਹ ਕੰਮ ਅਜੇ ਅਧੂਰੇ ਸੀ। ਪ੍ਰਭੂ ਯਿਸੂ ਦੇ ਪੁਨਰੁਥਾਨ ਤੋਂ ਪਹਿਲਾਂ ਔਰ ਯਿਸੂ ਮਸੀਹ ਦੇ ਸਲੀਬ ਉੱਤੇ ਜਾਣ ਤੋਂ ਬਾਅਦ ਇਹ 3 ਕੰਮ ਹੋਣੇ ਸੀਗੇ। ਅਸੀਂ ਉਹਨਾਂ ਵਿੱਚੋਂ ਜ਼ਿਆਦਾ ਲੰਮਾ ਸਮਾਂ ਪ੍ਰਚਾਰ ਨਹੀਂ ਕਰਾਂਗੇ। ਇੱਕ ਬਹੁਤ ਬੜਾ ਪ੍ਰਕਾਸ਼ਨ ਹੈ, ਬਸ ਮੈਂ ਚੰਦ ਮਿੰਟਾਂ ਦੇ ਵਿੱਚ ਹੀ ਇਸ ਨੂੰ ਸਮਾਪਤ ਕਰਾਂਗਾ ਔਰ ਦੱਸਣਾ ਚਾਹੁੰਦਾ ਉਹ 3 ਕੰਮ। ਪਹਿਲਾ ਕੰਮ, ਜਦ ਪ੍ਰਭੂ ਯਿਸੂ ਨੇ ਆਪਣੇ ਪ੍ਰਾਣ ਇਹ ਕਹਿ ਕੇ ਤਿਆਗ ਦਿੱਤੇ ਕਿ ਸਭ ਕੁਝ ਪੂਰਾ ਹੋਇਆ, ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਵਿੱਚ ਸੌਂਪਦਾ ਹਾਂ। ਸੋ ਮੇਰੇ ਪਿਆਰਿਓ, ਉੱਥੇ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਦੇਖਦੇ ਹਾਂ ਉਹ ਇਹ ਹੈ ਕਿ ਪੁਰਾਣੇ ਸਮੇਂ ਦੇ ਉਹ ਨਬੀ ਜੋ ਪਰਮੇਸ਼ਵਰ ਦੇ ਪਿੱਛੇ ਚੱਲਦੇ ਸਨ, ਜਿਨ੍ਹਾਂ ਨੇ ਪਰਮੇਸ਼ਵਰ ਨੂੰ ਇਸ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਆਪਣੇ ਜੀਵਨ ਦੇ ਦੁਆਰਾ, ਉਹ ਨਬੀ ਜਿਨ੍ਹਾਂ ਦਾ ਅਜੇ ਪੁਨਰੁਥਾਨ ਨਹੀਂ ਹੋਇਆ ਸੀ, ਜਿਨ੍ਹਾਂ ਦੀਆਂ ਡੈਡ ਬੋਡੀਆਂ ਅਜੇ ਕਬਰਾਂ ਦੇ ਵਿੱਚ ਹੀ ਸਨ, ਜਿਨ੍ਹਾਂ ਨੂੰ ਨਵੀਂ ਦੇਹ ਅਜੇ ਨਹੀਂ ਮਿਲੀ ਸੀ, ਜਦ ਪ੍ਰਭੂ ਯਿਸੂ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤਾਂ ਸਭ ਤੋਂ ਪਹਿਲਾ ਕੰਮ ਇਹੀ ਹੋਇਆ। ਜਦ ਅਸੀਂ ਮੱਤੀ ਦੀ ਅੰਜੀਲ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਪਰਮੇਸ਼ਵਰ ਦਾ ਵਚਨ ਉੱਥੇ ਸਾਨੂੰ ਦੱਸਦਾ ਹੈ, ਮੱਤੀ 27 ਉਸਦੀ 51, 52, 51 ਔਰ 52 ਨੰਬਰ ਐਤ ਦੇ ਵਿੱਚ ਸਾਨੂੰ ਇਹ ਗੱਲਾਂ ਮਿਲਦੀਆਂ ਨੇ ਕਿ ਉਹ ਨਬੀਆਂ ਦੀਆਂ ਕਬਰਾਂ ਖੁੱਲ੍ਹ ਗਈਆਂ ਅਤੇ ਯਰੂਸ਼ਲਮ ਦੇ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੇ ਉਹਨਾਂ ਨਬੀਆਂ ਨੂੰ ਇੱਕ ਨਵੀਂ ਦੇਹੀ ਵਿੱਚ, ਪਰਮੇਸ਼ਵਰ ਦੇ ਪ੍ਰਤਾਪ ਵਿੱਚ ਔਰ ਪਰਮੇਸ਼ਵਰ ਦੀ ਮਹਿਮਾ ਵਿੱਚ ਚੱਲਦੇ ਫਿਰਦੇ ਦੇਖਿਆ ਔਰ ਉਹ ਨਬੀਆਂ ਦੀਆਂ ਕਬਰਾਂ ਖੁੱਲ੍ਹ ਗਈਆਂ ਔਰ ਉਹ
स्वर्ग दे वल उठाए गए, उन्हां दा पुनर उत्थान होया। दूसरा जिहड़ा काम सी, पुराने समय विच जद नूह दी किश्ती बन रही सी, जो कैदी आत्मा सी, मैं उन्हां दे विषय च एक दो वचन भी पढ़ांगा। पहला पतरस अध्याय 3 18, 19 और 20 नंबर आयत नूं मैं तुहाडे नाल साझा करांगा। लिखिया, क्यों जो मसीह ने भी इक्को बार पाप दे पिछे दुख झल्लिया, अर्थात धर्मी ने कुधर्मियां दे लई, कि ਉਹ ਸਾਨੂੰ परमेश्वर दे कोल पहुँचावे। ਉਹ ਤਾਂ शरीर करके मारिया गया, पर आत्मा करके जिवालिया गया। प्रभु यीशु मसीह ने तमाम संसार विच वसरे गुनाहगार लोकां दे लई एक वार सलीब दे उत्ते दुख झल्लिया, ठीक है। और फिर प्रभु यीशु मसीह जिवालिया भी गया। पर असी प्रभु यीशु दे जीवित होण तो पहलां दी घटना दे उत्ते गल कर रहे हैं कि प्रभु कित्थे सन और प्रभु ने किहड़े काम कीते। पहली घटना तुहाडे नाल शेयर कीती है मैं, प्रभु दा वचन, कि प्रभु यीशु ने उन्हां कबरां नूं खोलिया जिहड़ियां नबियां दीयां कबरां सी, और नबियां दा पुनर उत्थान होया, ठीक है। और दूसरा ਉਹ आत्मा, ਅਸੀਂ 19 नंबर वचन भी पढ़ांगे, ਜਿਹਦੇ ਵਿੱਚ ਹੋ ਕੇ ਉਹਨੇ ਉਹਨਾਂ ਆਤਮਾ ਦੇ ਕੋਲ ਜਿਹੜੇ ਕੈਦ ਵਿੱਚ ਸਨ ਜਾ ਕੇ ਮੁਨਾਦੀ ਕੀਤੀ। ਦੂਸਰਾ ਕੰਮ ਪ੍ਰਭੂ ਨੇ ਕਿਹੜਾ ਕੀਤਾ, ਜਿਹੜੀਆਂ ਆਤਮਾਵਾਂ ਕੈਦ ਵਿੱਚ, ਸ਼ੈਤਾਨ ਦੀ ਕੈਦ ਵਿੱਚ, ਅਥਾਹ ਕੁੰਡ ਦੇ ਵਿੱਚ, ਠੀਕ ਹੈ, ਕੈਦ ਸਨ। ਔਰ ਲਿਖਿਆ ਹੈ, ਅਸੀਂ ਅੱਗੇ 20 ਵਚਨ ਪੜਾਂਗੇ, ਜਿਹੜੇ ਪਿਛਲੇ ਸਮੇਂ ਵਿੱਚ ਅਣ ਆਗਿਆਕਾਰੀ ਸਨ, ਜਿਸ ਵੇਲੇ ਪਰਮੇਸ਼ਵਰ ਨੂਹ ਦੇ ਦਿਨੀ ਧੀਰਜ ਨਾਲ ਉਡੀਕ ਕਰਦਾ ਸੀ, ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ, ਜਿਹਦੇ ਵਿੱਚ ਥੋੜ੍ਹੇ ਅਰਥਾਤ 8 ਜਣੇ ਪਾਣੀ ਤੋਂ ਵਚ ਨਿਕਲੇ। ਹਾਲੇਲੂਇਆ। ਸੋ ਦੂਸਰਾ ਜਿਹੜਾ ਕਾਰਿਆ ਸੀ, ਪ੍ਰਭੂ ਯਿਸੂ ਮਸੀਹ ਉਹਨਾਂ ਲੋਕਾਂ ਦੇ ਕੋਲ ਗਏ ਜਿਹੜੇ ਨੂਹ ਦੇ ਸਮੇਂ ਜਦ ਨੂਹ ਪ੍ਰਚਾਰ ਕਰ ਰਹੇ ਸੀ ਕਿ ਜਲ ਪਰਲੋ ਆਵੇਗੀ, ਲੇਕਿਨ 8 ਲੋਕਾਂ ਤੋਂ ਬਗੈਰ, ਨੂਹ ਦੀ ਪਤਨੀ, ਉਹਦੀਆਂ 3 ਨੂੰਹਾਂ ਔਰ ਉਹਦੇ 3 ਪੁੱਤਰ, ਇਹਨਾਂ ਪ੍ਰਾਣੀਆਂ ਤੋਂ ਬਗੈਰ, ਇਹਨਾਂ 8 ਮੈਂਬਰਾਂ ਤੋਂ ਬਗੈਰ ਪੂਰੀ ਧਰਤੀ ਦੇ ਵਿੱਚ ਇੱਕ ਗੱਲ ਪਾਈ ਗਈ, ਅਣ ਆਗਿਆਕਾਰੀ। ਉਹਨਾਂ ਨੇ ਨੂਹ ਦੇ ਪ੍ਰਚਾਰ ਦੇ ਉੱਤੇ ਜਿਹੜਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਨੂਹ ਨੇ ਉੱਥੇ ਜ਼ਿਕਰ ਯਿਸੂ ਮਸੀਹ ਦਾ ਨਹੀਂ ਕੀਤਾ ਸੀ, ਜ਼ਿਕਰ ਕੀਤਾ ਗਿਆ ਸੀ ਜਲ ਪਰਲੋ ਆਵੇਗੀ, ਯਾਨੀ ਪਰਮੇਸ਼ਵਰ ਲੋਕਾਂ ਦਾ ਨਾਸ਼ ਕਰਨ ਦੇ ਲਈ ਤਿਆਰ ਬੈਠਿਆ ਹੈ। ਸੋ ਮੇਰੇ ਪਿਆਰਿਓ, ਜੋ ਲੋਕ ਉਸ ਸਮੇਂ ਅਣ ਆਗਿਆਕਾਰੀ ਦੇ ਕਾਰਨ ਉਸ ਜਲ ਪਰਲੋ ਵਿੱਚ ਨਾਸ਼ ਹੋ ਗਏ, ਮਰ ਗਏ, ਉਹਨਾਂ ਦੀਆਂ ਜਿਹੜੀਆਂ ਆਤਮਾਵਾਂ ਸਨ, ਇੱਥੇ ਵਚਨ ਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਆਤਮਾਵਾਂ ਦੇ ਕੋਲ ਜਾ ਕੇ, ਜਿਹੜੀਆਂ ਉਸ ਸਮੇਂ ਅਣਆਗਿਆਕਾਰੀ ਦੇ ਕਾਰਨ ਸ਼ੈਤਾਨ ਦੇ ਬੰਧਨ ਵਿੱਚ ਚਲੀਆਂ ਗਈਆਂ ਸੀ ਪੂਰੀ ਰੀਤੀ ਨਾਲ, ਔਰ ਸਦੀਆਂ ਤੋਂ ਉਹ ਸ਼ੈਤਾਨ ਦੇ ਬੰਧਨ ਵਿੱਚ ਹੀ ਸਨ, ਉਹਨਾਂ ਆਤਮਾਵਾਂ ਨੂੰ ਜਾ ਕੇ ਪਰਮੇਸ਼ਵਰ ਦੀ ਨਿਜਾਤ, ਮੀਨਿੰਗ ਖੁਸ਼ਖਬਰੀ, ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਵਰ ਦੇ ਛੁਟਕਾਰੇ ਦੀ ਮੁਨਾਦੀ ਕੀਤੀ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਜਾ ਕੇ ਬਚਾਵ, ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਜਿਹੜੇ ਅਣਆਗਿਆਕਾਰੀ ਦੇ ਕਾਰਨ ਮਰ ਗਏ ਸੀ ਔਰ ਸ਼ੈਤਾਨ ਦੀ ਕੈਦ ਵਿੱਚ ਸੀ। ਉਹਨਾਂ ਨੂੰ ਜਾ ਕੇ ਪ੍ਰਭੂ ਯਿਸੂ ਨੇ ਮੁਨਾਦੀ ਕੀਤੀ ਆਪਣੇ ਬਾਰੇ, ਪਿਤਾ ਦੇ ਪਿਆਰ ਬਾਰੇ। ਉਹਨਾਂ ਲੋਕਾਂ ਨੂੰ ਮੁਨਾਦੀ ਕੀਤੀ ਕਿ ਉਹ ਲੋਕ ਉੱਥੋਂ ਸ਼ੈਤਾਨ ਦੀ ਕੈਦ ਵਿੱਚੋਂ ਛੁਡਾਏ ਜਾਣ। ਹਾਲੇਲੂਇਆ। ਔਰ ਇੱਕ ਬਹੁਤ ਬੜਾ ਵਿਸ਼ਾ ਹੈ ਅਤੇ ਮੈਂ ਪੂਰਾ ਇਸ ਵਿਸ਼ੇ ਨੂੰ ਖੋਲ੍ਹ ਕੇ ਨਹੀਂ ਤੁਹਾਡੇ ਨਾਲ ਸ਼ੇਅਰ ਕਰ ਪਾਵਾਂਗਾ, ਲੇਕਿਨ ਮੈਂ ਬੜੇ ਨੋਰਮਲ ਜਿਹੇ ਤਰੀਕੇ ਨਾਲ ਤੁਹਾਨੂੰ ਇਹ ਦੱਸਿਆ ਹੈ। ਦੂਸਰਾ ਕੰਮ ਇਹ ਸੀ ਕਿ ਜਿਹੜੀਆਂ ਆਤਮਾ, ਜਿਹੜੇ ਲੋਕ ਨੂਹ ਦੇ ਸਮੇਂ ਅਣਆਗਿਆਕਾਰੀ ਦੇ ਕਾਰਨ ਜਲ ਪਰਲੋ ਵਿੱਚ ਨਾਸ਼ ਹੋਏ ਸਨ, ਮਸੀਹ ਪ੍ਰਭੂ ਨੇ ਉਹਨਾਂ ਵਿੱਚ ਜਾ ਕੇ ਪਰਮੇਸ਼ਰ ਦੇ ਰਾਜਿਆਂ ਦੀ ਮੁਨਾਦੀ ਕੀਤੀ, ਉਹਨਾਂ ਵਿੱਚ ਜਾ ਕੇ ਪਰਮੇਸ਼ਰ ਦੇ ਰਾਜਿਆਂ ਦਾ ਪ੍ਰਚਾਰ ਕੀਤਾ ਔਰ ਉਹਨਾਂ ਦੇ ਵਿੱਚ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ।
ਤੀਸਰੀ ਔਰ ਲਾਸਟ ਗੱਲ, ਜਦ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਏ 1 ਨੂੰ ਪੜ੍ਹਦੇ ਹਾਂ ਤਾਂ ਇੱਕ ਅਧਿਆਏ ਦੇ ਵਿੱਚ ਸਾਨੂੰ ਇਹ ਗੱਲ ਮਿਲਦੀ ਹੈ। ਜਦ ਅਸੀਂ ਇਸ ਵਚਨ ਨੂੰ ਪੜ੍ਹ ਲਵਾਂਗੇ, ਤੀਸਰੀ ਜਿਹੜੀ ਗੱਲ ਹੈ, ਪ੍ਰਭੂ ਯਿਸੂ ਮਸੀਹ ਨੇ ਅਥਾਹ ਕੁੰਡ ਦਾ ਜਿਹੜਾ ਰਾਜਾ ਹੈ, ਜਿਸ ਨੂੰ ਦੁਸ਼ਟ ਨਾਮ ਦਿੱਤਾ ਗਿਆ ਹੈ, ਉਸ ਦੇ ਕੋਲ ਦੱਸਿਆ ਗਿਆ ਕਿ ਚਾਬੀਆਂ ਜਾਂ ਕੁੰਜੀਆਂ ਸਨ। ਠੀਕ ਹੈ, ਔਰ ਮਸੀਹ ਨੇ ਉਸ ਸ਼ੈਤਾਨ, ਉਸ ਅੰਧਲੋਕ ਦੇ ਰਾਜੇ ਦੇ ਉੱਤੇ ਜਾ ਕੇ ਜਿੱਤ ਪਾਈ। ਉਹਦੇ ਘਰ ਵਿੱਚ ਵੜ ਕੇ, ਪੰਜਾਬੀ 'ਚ ਕਹੀਏ, ਉਹਦੇ ਘਰ ਵਿੱਚ ਵੜ ਕੇ ਉਸ ਨੂੰ ਜਾ ਕੇ ਸ਼ਰਮਿੰਦਾ ਕੀਤਾ। ਅਸੀਂ ਇਸ ਵਚਨ ਨੂੰ ਪੜ੍ਹਾਂਗੇ ਇੱਕ ਵਾਰ, ਅਤੇ 17 ਔਰ 18, ਜਾਂ ਮੈਂ ਉਹਨੂੰ ਡੇਠਾ ਤਾਂ ਉਹਦੇ ਪੈਰੀ ਮੁਰਦੇ ਵਾਂਗ ਡਿੱਗ ਪਿਆ, ਤਾਂ ਉਹਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਤੇ ਕਿਹਾ, ਨਾ ਡਰ, ਮੈਂ ਪਹਿਲਾ ਤੇ ਪਿਛਲਾ ਹਾਂ। ਇਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਗੱਲ ਹੋ ਰਹੀ ਹੈ। ਅਤੇ ਜਿਉਂਦਾ ਹਾਂ, ਮੈਂ ਮੁਰਦਾ ਸਾਂ, ਅਤੇ ਵੇਖੋ ਮੈਂ ਯੁਗੋ ਯੁਗ ਜਿਉਂਦਾ ਹਾਂ, ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਨੇ। ਪਹਿਲਾਂ ਇੱਥੇ ਕੌਣ ਅਧਿਕਾਰ ਰੱਖਦਾ ਸੀ? ਇੱਕ ਵਾਰ ਤੁਸੀਂ ਸਾਮੂਅਲ ਦੇ ਜੀਵਨ ਨੂੰ ਜਦ ਪੜ੍ਹੋਗੇ ਤਾਂ ਸਾਮੂਅਲ ਦੀ ਜੀਵਕਾ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਹੈ ਕਿ ਇੱਕ ਤੰਤਰਿਕ ਔਰਤ ਨੇ ਸਾਮੂਅਲ ਦੀ ਜਿਹੜੀ ਬੋਡੀ ਸੀ, ਉਹਦੇ ਪ੍ਰਾਣਾਂ ਦੇ ਸਮੇਤ ਉਸਨੂੰ ਸ਼ਾਉਲ ਦੇ ਲਈ ਬਾਹਰ ਬੁਲਾਇਆ ਸੀ। ਇਹ ਅਥਾਹ ਕੁੰਡ ਦੀਆਂ ਜਿਹੜੀਆਂ ਕੁੰਜੀਆਂ ਸੀ, ਅੰਧਲੋਕ ਦੀਆਂ ਜਿਹੜੀਆਂ ਕੁੰਜੀਆਂ ਸੀ, ਉਹ ਦੁਸ਼ਟਾਤਮਾ ਦੇ ਰਾਜੇ, ਅੰਧਲੋਕ ਦੇ ਰਾਜੇ ਸ਼ੈਤਾਨ ਦੇ ਕੋਲ ਸਨ। ਜਿਹੜੀਆਂ ਕੁੰਜੀਆਂ ਹੁਣ ਪ੍ਰਭੂ ਯਿਸੂ ਮਸੀਹ ਨੇ ਉਹਦੇ ਕੋਲੋਂ ਖੋਲ੍ਹੀਆਂ ਸਨ, ਔਰ ਦੱਸਿਆ ਗਿਆ ਹੈ ਕਿ ਉਹ ਪਹਿਲਾ ਤੇ ਆਖਰੀ ਉਹੀ ਇੱਕਮਾਤਰ ਪਰਮੇਸ਼ਵਰ ਹੈ ਜਿਸ ਨੇ ਅੰਧਲੋਕ ਨੂੰ ਪੂਰੀ ਤਰੀਕੇ ਨਾਲ ਸ਼ਰਮਿੰਦਾ ਕੀਤਾ ਹੈ। ਔਰ ਕੁਲਸੀਆਂ ਦਾ ਵਚਨ ਦੱਸਦਾ ਹੈ ਕਿ ਪ੍ਰਭੂ ਨੇ ਉਹਨੂੰ ਪੂਰੇ ਤਰੀਕੇ ਨਾਲ ਉਹਦਾ ਮਜ਼ਾਕ ਉਡਾਇਆ ਹੈ, ਖੁੱਲ੍ਹਮ ਖੁੱਲ੍ਹਾ ਤਮਾਸ਼ਾ ਬਣਾਇਆ ਹੈ। ਔਰ ਕਰੰਥੀਆਂ ਦਾ ਵਚਨ ਦੱਸਦਾ ਹੈ ਕਿ ਹੇ ਮੌਤ ਤੇਰੀ ਫਤਹ ਕਿੱਥੇ ਹੈ, ਹੇ ਪਾਪ ਤੇਰਾ ਡੰਗ ਕਿੱਥੇ ਹੈ। ਸੋ ਮਸੀਹ ਦੇ ਸਾਹਮਣੇ ਮੌਤ ਫਤਹ ਦੀ ਬੁਰਕੀ ਹੋ ਗਈ, ਔਰ ਪਾਪ ਦਾ ਜਿਹੜਾ ਡੰਗ ਸੀ ਉਹ ਸ਼ਰਮਿੰਦਾ ਹੋ ਗਿਆ। ਸੋ ਮੇਰੇ ਪਿਆਰਿਓ, ਪ੍ਰਭੂ ਯਿਸੂ ਸਲੀਬ ਦੇ ਸ਼ਹਾਦਤ ਤੋਂ ਬਾਅਦ, ਕੁਰਬਾਨੀ ਤੋਂ ਬਾਅਦ, ਔਰ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਪਹਿਲਾਂ, ਪੁਨਰਥਾਨ ਦੇ ਦਿਨ ਤੋਂ ਪਹਿਲਾਂ, ਐਤਵਾਰ ਸਵੇਰ 4 ਵਜੇ ਤੋਂ ਪਹਿਲਾਂ, ਪ੍ਰਭੂ ਨੇ ਮੁੱਖ ਉਦੇਸ਼ 3 ਕੰਮ ਕੀਤੇ। ਪਹਿਲਾ ਕੰਮ, ਉਹ ਪੁਰਾਣੇ ਸਮੇਂ ਦੇ ਨਬੀਆਂ ਦਾ ਪੁਨਰਥਾਨ ਹੋਣਾ। ਦੂਸਰਾ, ਅਣ ਆਗਿਆਕਾਰੀ ਵਿੱਚ ਮਰੇ ਹੋਏ ਉਹ ਲੋਕ ਜਿਹੜੇ ਨੂਹ ਦੇ ਸਮੇਂ ਵਿੱਚ ਨਾਸ਼ ਹੋਏ ਸਨ, ਉਹਨਾਂ ਨੂੰ ਪਰਮੇਸ਼ਰ ਦੇ ਰਾਜਿਆਂ ਦੀ ਮਨਾਦੀ ਦਾ ਪ੍ਰਚਾਰ ਕਰਨਾ, ਪਰਮੇਸ਼ਰ ਦੇ ਰਾਜਿਆਂ ਦਾ ਪ੍ਰਚਾਰ ਕਰਨਾ। ਔਰ ਤੀਸਰਾ, ਅੰਧਲੋਕ ਦੇ ਰਾਜੇ ਦੇ ਕੋਲੋਂ ਅੰਧਲੋਕ ਦੀਆਂ ਚਾਬੀਆਂ ਨੂੰ ਖੋਹ ਲੈਣਾ। ਔਰ ਪਰਮੇਸ਼ਰ ਨੇ ਇਹ 3 ਗੱਲਾਂ ਦੇ ਉੱਤੇ ਸਲੀਬ ਦੀ ਮੌਤ ਤੋਂ ਬਾਅਦ ਫਤਿਹ ਪਾਈ। ਸੋ ਪਰਮੇਸ਼ਵਰ ਇਹਨਾਂ ਸਾਰੇ ਵਚਨਾਂ ਨਾਲ ਆਪ ਨੂੰ ਆਸ਼ੀਸ਼ ਦੇਵੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਇਹਨਾਂ ਵਚਨਾਂ ਨੂੰ ਸਮਝਿਓ। ਸਾਰਿਆਂ ਨੂੰ ਜੈ ਮਸੀਹ।